ਸੰਧਿਆ ਵੇਲੇ ਦੇ ਪਾਵਨ ਦੀਵਾਨਾਂ ਵਿੱਚ ਬੈਠ ਕੇ ਰੱਬੀ ਬਾਣੀ ਪੜ੍ਹ ਸੁਣ ਕੇ ਜੀਵਨ ਸਫਲਾ ਕਰ ਰਹੇ ਹਾਂ। ਇਹੀ ਘੜੀਆਂ ਸਤਿਗੁਰੂ ਜੀ ਨੇ ਸਾਡੀਆਂ ਸਫਲ ਬਣਾਈਆਂ, ਜਿਨ੍ਹਾਂ ਘੜੀਆਂ ਵਿੱਚ ਸੱਚੇ ਪ੍ਰਮਾਤਮਾ ਦੇ ਨਾਲ ਸਾਡਾ ਪਿਆਰ ਪੈ ਜਾਏ। ਬਚਨ ਆਪਾਂ ਸਾਹਿਬਾਂ ਦੀ ਬਾਣੀ ਵਿੱਚ ਪੜ੍ਹਦੇ ਹਾਂ, ਸਫਲ ਮੂਰਤ ਸਫਲਾ ਘੜੀ। ਉਹ ਮੂਰਤ, ਉਹ ਪਲ ਸਫਲ, ਉਹ ਘੜੀ, ਉਹ ਸਮਾਂ ਬੜਾ ਭਾਗਾਂ ਵਾਲਾ, ਜਿਤ ਸੱਚੇ ਨਾਲ ਪਿਆਰ। ਜਦੋਂ ਸਾਡਾ ਸੱਚੇ ਪ੍ਰਭੂ ਦੇ ਨਾਲ ਪਿਆਰ ਪੈ ਜਾਂਦਾ, ਬਾਕੀ ਸਭ ਕੁਝ ਵਿਅਰਥ ਹੈ। ਸਤਿਗੁਰੂ ਜੀ ਤਾਂ ਇੱਥੋਂ ਤੱਕ ਬਾਣੀ ਵਿੱਚ ਕਹਿੰਦੇ ਆ, ਕਬੀਰ ਏਕ ਘੜੀ ਆਧੀ ਘੜੀ। ਇੱਕ ਘੜੀ ਦੇ ਵਿੱਚੋਂ ਅੱਧੀ ਘੜੀ। ਕਬੀਰ ਏਕ ਘੜੀ ਆਧੀ ਘੜੀ, ਆਧੀ ਹੂੰ ਤੇ ਆਦ। ਅੱਧੀ ਤੋਂ ਵੀ ਫਿਰ ਅੱਧੀ। ਪਹਿਲਾਂ ਅੱਧੀ ਕੀਤੀ ਇੱਕ ਘੜੀ ਚੋਂ, ਫਿਰ ਉਸ ਅੱਧੀ ਦੇ ਵਿੱਚੋਂ ਅੱਧੀ ਕੀਤੀ, ਫਿਰ ਉਸ ਅੱਧੀ ਦੇ ਵਿੱਚੋਂ ਵੀ ਅੱਧੀ ਕਰ ਦਿੱਤੀ। ਤੇ ਨਾਲ ਹੀ ਇਹ ਕਹਿ ਦਿੱਤਾ, ਭਗਤਨ ਸੇਤੀ ਗੋਸ਼ਟੇ ਜੋ ਕੀਨੋ ਸੋ ਲਾਭ। ਲਾਹਾ ਹੈ। ਸੋ ਆਓ ਸਤਿਗੁਰ ਦਾਤਾ ਕਿਰਪਾ ਕਰੇ, ਇਹਨਾਂ ਘੜੀਆਂ ਨੂੰ ਅਸੀਂ ਅੰਦਰੂਨੀ ਤੌਰ 'ਤੇ ਹਿਰਦੇ ਤੋਂ ਮਾਣ ਸਕੀਏ। ਗੁਰੂ ਦੀ ਗੱਲ, ਗੁਰਬਾਣੀ ਦੀ ਗੱਲ ਆਪਾਂ ਸਮਝ ਵਿਚਾਰ ਕੇ ਆਪਣੇ ਜੀਵਨ ਦੇ ਅੰਦਰ ਢਾਲ ਸਕੀਏ। ਇਹ ਅਰਦਾਸ ਗੁਰੂ ਚਰਨਾਂ ਵਿੱਚ ਕਰੀਏ। ਚੱਲ ਰਹੀ ਲੜੀ ਮੁਤਾਬਕ ਸੋਦਰ ਰਹਿਰਾਸ ਬਾਣੀ ਦੀ ਵਿਚਾਰ ਆਪ ਜੀ ਦੇ ਨਾਲ ਸਾਂਝੀ ਕੀਤੀ ਜਾ ਰਹੀ ਹੈ। ਉਸੇ ਲੜੀ ਦੇ ਤਹਿਤ ਉਸੇ ਪੜਾਅ ਨੂੰ ਅੱਗੇ ਤੋਰਦਿਆਂ ਆਪਣੀ ਵਿਚਾਰ ਆਰੰਭ ਕਰਾਂਗਾ। ਇੱਕ ਵਾਰੀ ਵਿਚਾਰ ਨੂੰ ਆਰੰਭਣ ਤੋਂ ਪਹਿਲਾਂ ਸੱਚੇ ਪਾਤਸ਼ਾਹ ਤਖਤ 'ਤੇ ਬਿਰਾਜਮਾਨ ਸ਼ਬਦ ਗੁਰੂ, ਗਿਆਨ ਦੇ ਭੰਡਾਰੇ, ਗਿਆਨ ਦੇ ਮੁਜੱਸਮੇ, ਧੰਨ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਨਮਸਕਾਰ ਕਰੀਏ। ਗੁਰੂ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਈਏ ਅਤੇ ਪਿਆਰ ਸਤਿਕਾਰ ਨਾਲ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੱਲ੍ਹ ਦੇ ਦੀਵਾਨ ਵਿੱਚ ਇੱਕੋ ਪੰਕਤੀ ਨੂੰ ਫਿਰ ਆਧਾਰ ਬਣਾ ਕੇ ਆਪ ਜੀ ਦੇ ਨਾਲ ਗੱਲ ਸਾਂਝੀ ਕੀਤੀ ਸੀ। ਹਮ ਕੀਰੇ ਕਿਰਮ ਸਤ ਗੁਰ ਪ੍ਰਗਾਸ, ਹਮ ਕੀਰੇ ਕਿਰਮ ਸਤ ਗੁਰ ਸ਼ਰਨਾਈ, ਕਰ ਦਇਆ ਨਾਮ ਪ੍ਰਗਾਸ। ਇਸੇ ਪੰਕਤੀ ਨੂੰ ਆਧਾਰ ਬਣਾਇਆ ਤੇ ਆਪ ਜੀ ਦੇ ਨਾਲ ਵਿਚਾਰ ਸਾਂਝੀ ਕੀਤੀ। ਅਗਲੀ ਪੰਕਤੀ ਅੱਜ ਰਹਾਉ ਦਾ ਬੰਦ, ਜਿਸ ਦੇ ਵਿੱਚ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਅਪਾਰ ਬਖਸ਼ਿਸ਼ਾਂ, ਅਪਾਰ ਰਹਿਮਤਾਂ ਕਰਕੇ ਸਾਨੂੰ ਬੜੀਆਂ ਹੀ ਕੀਮਤੀ ਗੱਲਾਂ, ਉਹ ਰਤਨ ਪਦਾਰਥ ਚੁਣ ਚੁਣ ਕੇ ਸਾਡੀ ਹਿਰਦੇ ਰੂਪੀ ਭਾਂਡੇ ਵਿੱਚ ਰੱਖਦੇ ਆ। ਤੇ ਮੈਂ ਆਪ ਜੀ ਦੇ ਚਰਨਾਂ 'ਚ ਬੇਨਤੀ ਕਰਾਂ, ਜਦੋਂ ਗੁਰੂ ਚੁਣ ਚੁਣ ਕੇ ਦੇ ਰਿਹਾ ਹੋਵੇ ਨਾ, ਵੇਖਿਆ ਕਦੀ ਤੁਸੀਂ ਮਾਂ ਆਪ ਗਰਾਈਆਂ ਤੋੜ ਕੇ ਆਪਣੇ ਬੱਚੇ ਦੇ ਮੁੱਖ ਵਿੱਚ ਪਾਉਂਦੀ ਹੈ ਤੇ ਬੱਚਾ ਕਿੰਨੇ ਪਿਆਰ ਦੇ ਨਾਲ ਖਾਂਦਾ। ਕਿਉਂ? ਕਿਉਂਕਿ ਮਾਂ ਖਵਾ ਰਹੀ ਹੈ। ਦੂਜਾ ਕੋਈ ਖਵਾਏ ਉਹ ਕਦੀ ਨਹੀਂ ਖਾਏਗਾ, ਕਿਉਂਕਿ ਉਹਨੂੰ ਪਤਾ ਹੈ ਮੈਨੂੰ ਆਪਣੀ ਮਾਂ 'ਤੇ ਭਰੋਸਾ ਹੈ, ਯਕੀਨ ਹੈ, ਤਾਂ ਖਾ ਰਿਹਾ। ਦੂਜੇ 'ਤੇ ਨਹੀਂ ਯਕੀਨ, ਨਹੀਂ ਖਾਵਾਂਗਾ। ਇੱਥੇ ਗੁਰੂ ਹੀ ਮਾਂ ਹੈ, ਗੁਰੂ ਹੀ ਪਿਤਾ ਹੈ। ਗੁਰੂ ਰਤਨ ਚੁਣ ਚੁਣ ਕੇ ਸਾਡੇ ਹਿਰਦੇ ਰੂਪੀ ਥਾਲੀ ਵਿੱਚ ਰੱਖਦਾ। ਬਸ ਗੱਲ ਇੰਨੀ ਕੁ ਹੈ, ਜੇ ਕੋ ਖਾਵੈ ਜੇ ਕੋ ਪੁੰਚੈ। ਖਾਣ ਵਾਲਾ ਚਾਹੀਦਾ ਅਤੇ ਪਹੁੰਚਾਉਣ ਵਾਲਾ ਚਾਹੀਦਾ। ਅੱਜ ਸਾਡੀ ਕੌਮ ਦੀ ਇੱਕ ਤਰਾਸਦੀ ਹੈ,
ਨਾ ਤੇ ਆਪਾਂ ਖਾ ਪਾ ਰਹੇ ਹਾਂ, ਪਚਾਉਣ ਦੀ ਤੇ ਗੱਲ ਹੀ ਦੂਰ ਹੈ। ਕੋਈ ਚੀਜ਼ ਖਾਏਗਾ ਤੇ ਉਹਨੂੰ ਪਚਾਏਗਾ, ਜੇ ਖਾਏਗਾ ਹੀ ਨਹੀਂ ਤੇ ਪਚਾਏਗਾ ਕਿਵੇਂ? ਬਸ ਇਹੀ ਕਹਾਣੀ ਆ। ਸਤਿਗੁਰੂ ਜੀ ਕਹਿੰਦੇ ਅੱਜ ਅਸੀਂ ਗੁਰਬਾਣੀ ਤੋਂ ਇੰਨੇ ਦੂਰ ਹੋ ਗਏ। ਸਤਿਗੁਰੂ ਜੀ ਕਹਿੰਦੇ ਆ ਉਸ ਗੁਰੂ ਨੇ ਜਿਹੜੀਆਂ ਚੁਣ ਚੁਣ ਕੇ ਚੀਜ਼ਾਂ ਸਾਨੂੰ ਦਿੱਤੀਆਂ, ਉਹਨਾਂ ਨੂੰ ਆਪਾਂ ਸੰਭਾਲ ਨਹੀਂ ਪਾਏ। ਆਓ ਸਤਿਗੁਰੂ ਜੀ ਨੇ ਸਾਨੂੰ ਵਕਤ ਦਿੱਤਾ, ਸਮਾਂ ਦਿੱਤਾ, ਹੰਸਾਂ ਦੀ ਤਰ੍ਹਾਂ ਮਾਣਕ ਮੋਤੀ ਚੁਗੀਏ ਤੇ ਆਪਣੇ ਜੀਵਨ ਦੇ ਅੰਦਰ ਢਾਲ ਆਪਣਾ ਜੀਵਨ ਸਫਲਾ ਬਣਾਈਏ। ਗੁਰੂ ਰਾਮਦਾਸ ਮਹਾਰਾਜ ਕਿਰਪਾ ਕਰਦੇ ਆ। ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪ੍ਰਗਾਸ। ਹੇ ਮੇਰੇ ਮਿੱਤਰ, ਸਤਿਗੁਰੂ ਗੁਰਦੇਵ ਦਾ ਮਤਲਬ ਹੈ ਗੁਰੂ, ਜਿਸ ਨੂੰ ਰੋਜ਼ ਆਪਾਂ ਮੱਥਾ ਟੇਕਦੇ ਹਾਂ, ਜਿਸ ਦੇ ਅੱਗੇ ਰੋਜ਼ ਆਪਣਾ ਸੀਸ ਝੁਕਾਉਂਦੇ ਹਾਂ, ਉਹਨੂੰ ਮਿੱਤਰ ਕਿਹਾ ਜਾ ਰਿਹਾ। ਮਿੱਤਰ ਬੜੇ ਨੇ ਸੰਸਾਰ 'ਤੇ, ਹਰੇਕ ਬੰਦੇ ਦਾ ਕੋਈ ਨਾ ਕੋਈ ਮਿੱਤਰ ਸੱਜਣ ਹੁੰਦਾ। ਸਤਿਗੁਰੂ ਜੀ ਕਹਿੰਦੇ ਪਰ ਜਿਹੜਾ ਗੁਰੂ ਮਿੱਤਰ ਹੈ ਨਾ, ਹੋ ਸਕਦਾ ਦੁਨਿਆਵੀ ਮਿੱਤਰ ਦੇ ਅੱਗੇ ਤੂੰ ਆਪਣਾ ਦੁੱਖ ਸੁੱਖ ਸੁਣਾਵੇਂ ਤੇ ਕਦੀ ਉਹ ਸੁਣੇ ਹੀ ਨਾ, ਪਰ ਜਿਸ ਸਾਹਿਬ ਦੇ ਅੱਗੇ ਆਪਾਂ ਉਹਨੂੰ ਮਿੱਤਰ ਜਾਣ ਕੇ ਅਰਦਾਸ ਬੇਨਤੀ ਕਰ ਰਹੇ ਹਾਂ ਨਾ, ਉਹਦੇ ਬਾਰੇ ਰੋਜ਼ ਆਪਾਂ ਪੜ੍ਹਦੇ ਹਾਂ, ਤਿਨ ਹੀ ਸੁਣਿਆ ਦੁੱਖ ਸੁੱਖ ਮੇਰਾ ਤੋ ਬਿਦ ਨੀਕੀ ਖਟਾਨੀ। ਇਹ ਮਿੱਤਰ ਇਹੋ ਜਿਹਾ ਮਿੱਤਰ ਹੈ ਜਿਹੜਾ ਸਾਡੇ ਦੁੱਖ ਦੀ, ਸਾਡੇ ਸੁੱਖ ਦੀ ਰੋਜ਼ ਹੀ ਸੁਣਦਾ, ਕਦੀ ਅੱਕਦਾ ਨਹੀਂ। ਇਹਨੇ ਕਦੀ ਨਹੀਂ ਆਖਿਆ ਕਿ ਵੀ ਮੈਂ ਤੂੰ ਰੋਜ਼ ਮੈਨੂੰ ਸੁਣਾਉਂਦਾ, ਰੋਜ਼ ਮੈਂ ਤੇਰੀ ਸੁਣਦਾ ਤੇ ਅੱਜ ਮੈਂ ਅੱਕ ਗਿਆ। ਇਹ ਉਹ ਮਿੱਤਰ ਨਹੀਂ ਜਿਹੜਾ ਅੱਕ ਜਾਏਗਾ। ਇਹ ਤਾਂ ਉਹ ਮਿੱਤਰ ਹੈ ਜਿਹੜਾ ਕਦੀ ਵੀ ਸਾਨੂੰ ਆਪਣੇ ਕੋਲੋਂ ਦੂਰ ਨਹੀਂ ਕਰਦਾ। ਸਗੋਂ ਇਹਦੇ ਬਾਰੇ ਸਤਿਗੁਰੂ ਜੀ ਦੀ ਬਾਣੀ ਕਹਿੰਦੇ, ਜੇ ਤੂੰ ਮਿੱਤਰ ਅਸਾਡੜਾ। ਇਹ ਵਾਹਿਗੁਰੂ ਹੈ ਸਤਿਗੁਰੂ, ਜੇ ਤੂੰ ਸਾਡਾ ਮਿੱਤਰ ਹੈ ਨਾ, ਇੱਕ ਭੋਰੀ ਨਾ ਵਿਛੋੜ, ਇੱਕ ਪਲ ਵੀ ਤੂੰ ਮੈਨੂੰ ਵਿਛੋੜਾ ਨਾ ਦੇਈਂ, ਇੱਕ ਪਲ ਵੀ ਤੂੰ ਮੇਰੇ ਤੋਂ ਦੂਰ ਨਾ ਜਾਈਂ। ਵੈਸੇ ਬਾਣੀ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਸਤਿਗੁਰੂ ਜੀ ਨੇ ਸਾਨੂੰ ਇਹ ਸਮਝਾਇਆ, ਮਿੱਤਰ ਉਹ ਬਣਾਈ ਜਿਸ ਮਿੱਤਰ ਦੇ ਕੋਲ ਬੈਠਣ ਦੇ ਨਾਲ ਦੁਰਮਤ ਭੈੜੀ ਮਤ ਦੂਰ ਹੋ ਜਾਏ। ਮਿੱਤਰ ਉਹ ਨਾ ਬਣਾਈ ਜਿਹਦੇ ਕੋਲ ਬੈਠ ਕੇ ਭੈੜੀ ਮਤ ਦਾ ਤੂੰ ਧਾਰਨੀ ਹੋ ਜਾਏ, ਗੁਰਮਤ ਨੂੰ ਛੱਡ ਕੇ ਦੁਰਮਤ ਭਾਂਡਾ ਤੇਰਾ ਭਰ ਜਾਵੇ। ਇੱਕ ਬਚਨ ਫਿਰ ਖਿਆਲ ਵਿੱਚ ਰੱਖਿਓ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਉਹਦੇ ਵਿੱਚ ਸਤਿਗੁਰੂ ਜੀ ਕਹਿੰਦੇ, ਜਿਨ੍ਹਾਂ ਦਿਸੰਦੜਿਆਂ ਦੁਰਮਤ ਵੰਜੈ। ਜਿਨ੍ਹਾਂ ਨੂੰ ਵੇਖਣ ਦੇ ਨਾਲ, ਜਿਨ੍ਹਾਂ ਦੇ ਸੰਦੜਿਆਂ ਦਾ ਭਾਵ ਹੈ ਜਿਨ੍ਹਾਂ ਦੇ ਦਿਸਣ ਦੇ ਨਾਲ, ਜਿਨ੍ਹਾਂ ਦੇ ਸੰਦੜਿਆਂ ਦੁਰਮਤ ਵੰਜੈ, ਸਾਡੇ ਅੰਦਰ ਦੀ ਭੈੜੀ ਮਤ ਦੂਰ ਹੋ ਜਾਏ। ਮਿੱਤਰ ਅਸਾਡੜੇ ਸਹੀ, ਉਹੀ ਸਾਡਾ ਮਿੱਤਰ ਹੈ, ਹੋਰ ਕੋਈ ਸਾਡਾ ਮਿੱਤਰ ਨਹੀਂ ਹੈ। ਬੜੇ ਅਨੇਕਾਂ ਐਸੇ ਬਚਨ ਹੈ, ਜਾਕਾ ਮੀਤ ਸਾਜਨ ਹੈ ਸਮੀਆਂ। ਜਿਹਦਾ ਇਹ ਮਿੱਤਰ ਹੈ, ਸਤਿਗੁਰੂ ਜੀ ਕਹਿੰਦੇ ਤਿਸ ਜਨ ਕੋ ਕਹੋ ਕਾਕੀ ਕਮੀਆਂ। ਉਹਨੂੰ ਕਿਸੇ ਗੱਲ ਦੀ ਫਿਰ ਕਮੀ ਨਹੀਂ ਹੈ, ਕਿਉਂਕਿ ਉਹਦਾ ਮਿੱਤਰ ਤਾਂ ਉਹ ਪਰਮਾਤਮਾ ਨਿਰੰਕਾਰ ਹੈ। ਜਿਸ ਦਾ ਕਰਤਾ ਮਿੱਤਰ ਤਿਸ ਕੇ ਕਾੜਿਆ, ਉਹਨੂੰ ਕਿਸੇ ਗੱਲ ਦਾ ਕਾੜਾ ਅੰਦੇਸਾ ਨਹੀਂ। ਉਸੇ ਮਿੱਤਰ ਨੂੰ ਆਧਾਰ ਬਣਾ ਕੇ ਗੁਰੂ ਰਾਮਦਾਸ ਮਹਾਰਾਜ ਕਹਿ ਰਿਹਾ, ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪ੍ਰਗਾਸ। ਹੁਣ ਇਹਦੇ ਭਾਵ ਅਰਥਾਂ ਨੂੰ ਸਮਝਿਓ, ਬਚਨ ਖਿਆਲ ਵਿੱਚ ਰੱਖਿਓ ਗੁਰੂ ਰਾਮਦਾਸ ਮਹਾਰਾਜ ਜੀ ਦਾ। ਤੇ ਮੈਂ ਆਪ ਜੀ ਦੇ ਨਾਲ ਕੱਲ੍ਹ ਵੀ ਬੇਨਤੀ ਕੀਤੀ ਸੀ, ਤਿਆਰੀ ਕਰੀਏ ਆਪਾਂ, ਸਾਡੇ ਅੰਦਰ ਨਿਮਾਣਤਾ ਆ ਜਾਏ, ਸਾਡੇ ਅੰਦਰ ਨਿਮਾਣਾਪਨ ਆ ਜਾਏ। ਕਿਉਂਕਿ ਗੁਰੂ ਦੇ ਕੋਲ ਜਦੋਂ ਆਉਣਾ, ਨਿਮਾਣੇ ਬਣ ਕੇ ਆਉਣਾ, ਤੇ ਨਿਮਾਣੇ ਬਣ ਕੇ ਜਿਹੜੇ ਆਉਂਦੇ ਆ, ਸਤਿਗੁਰੂ ਜੀ ਉਹਨਾਂ ਨੂੰ ਇੰਨਾ ਮਾਣ ਬਖਸ਼ਦੇ ਆ,
ਸੰਸਾਰ ਤੇ ਕੋਈ ਉਹਨੂੰ ਮਾਣ ਨਹੀਂ ਬਖਸ਼ਦਾ। ਕੱਲ ਆਪਾਂ ਇਹ ਗੱਲਾਂ ਸਾਂਝੀਆਂ ਕਰ ਲਈਆਂ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਆ, ਹੇ ਮੇਰੇ ਮਿੱਤਰ ਗੁਰੂ, ਮੈਨੂੰ ਪ੍ਰਭੂ ਦਾ ਨਾਮ ਚਾਨਣ ਬਖਸ਼। ਦੁਨੀਆ ਦੇ ਉੱਤੇ ਐਸਾ ਕੋਈ ਬੰਦਾ ਨਹੀਂ ਜਿਹਦੇ ਜੀਵਨ ਦੇ ਅੰਦਰ ਹਨੇਰਾ ਨਾ ਹੋਵੇ। ਹਰੇਕ ਬੰਦੇ ਦੇ ਜੀਵਨ ਦੇ ਅੰਦਰ ਬਾਹਰ ਦਿਸੈ ਚਾਨਣਾ, ਬਾਹਰ ਤੇ ਬੜਾ ਚਾਨਣ ਦਿਸਦਾ ਹੋਏਗਾ, ਦਿਲ ਅੰਧਿਆਰੀ ਰਾਤ। ਪਰ ਜਦੋਂ ਥੋੜਾ ਜਿਹਾ ਹਿਰਦੇ ਦੇ ਅੰਦਰ ਝਾਤ ਮਾਰ ਕੇ ਕੋਈ ਵੇਖੇ ਨਾ ਆਪਣੇ ਵੱਲ, ਤੇ ਚੇਤੇ ਰੱਖਣਾ ਅਗਿਆਨਤਾ ਦਾ ਹਨੇਰਾ ਹਰੇਕ ਦੇ ਅੰਦਰ ਹੀ ਹੈ। ਕਿਸੇ ਦੇ ਅੰਦਰ ਘੱਟ ਹੋ ਸਕਦਾ, ਕਿਸੇ ਦੇ ਅੰਦਰ ਵੱਧ ਹੋ ਸਕਦਾ, ਪਰ ਹਨੇਰਾ ਦੋਵਾਂ ਦੇ ਅੰਦਰ ਹੀ ਹੈ। ਹੁਣ ਹਨੇਰੇ ਦੇ ਅੰਦਰ ਰਹਿਣ ਵਾਲਾ ਬੰਦਾ ਕਦੀ ਸੁਖੀ ਨਹੀਂ ਹੋਇਆ ਕਰਦਾ। ਹਨੇਰੇ ਦੇ ਅੰਦਰ ਜਿਉਣ ਵਾਲਾ ਬੰਦਾ ਹਮੇਸ਼ਾ ਦੁਖੀ ਹੁੰਦਾ। ਕਿਹੜਾ ਬੰਦਾ ਦੁਨੀਆ ਤੇ ਜਿਹੜਾ ਕਹੇ ਕਿ ਮੇਰੇ ਅੱਗੇ ਹਨੇਰਾ ਹੈ ਤੇ ਮੈਂ ਬੜਾ ਸੁਖੀ ਹਾਂ? ਹਨੇਰੇ ਵਿੱਚ ਖਲੋਤਾ ਬੰਦਾ ਵੀ ਚਾਨਣ ਦੀ ਭਾਲ ਕਰਦਾ। ਉਹ ਵੀ ਇਸੇ ਗੱਲ ਪਾਸੇ ਤੁਰਿਆ ਕਿਤੇ ਰਾਹਾਂ ਦੇ ਵਿੱਚ ਭਟਕ ਨਾ ਜਾਵਾਂ, ਇਸ ਕਰਕੇ ਮੈਨੂੰ ਚਾਨਣ ਦੀ ਬੜੀ ਲੋੜ ਹੈ। ਅੱਜ ਭਟਕਣਾ ਇਹੀ ਹੈ ਕਿ ਵੀ ਆਪਾਂ ਹਨੇਰੇ ਵਿੱਚ ਆ, ਕਿਉਂਕਿ ਹਨੇਰਾ ਦੁਖਦਾਈ ਬਣਦਾ। ਹਨੇਰੇ ਦੇ ਅੰਦਰ ਬੜੇ ਔਗਣ ਨੇ, ਚੇਤੇ ਰੱਖਣਾ, ਇਸ ਗੱਲ ਵੱਲ ਖਿਆਲ ਕਰਿਓ। ਹਨੇਰੇ ਦੇ ਅੰਦਰ ਬੜੇ ਔਗਣ ਨੇ, ਉਹਨਾਂ ਦੀ ਮੈਂ ਥੋੜ੍ਹੀ ਜਿਹੀ ਸਾਂਝ ਤੁਹਾਡੇ ਨਾਲ ਪਾਉਣ ਲੱਗਾ। ਪਹਿਲੀ ਗੱਲ, ਹਨੇਰਾ ਹਮੇਸ਼ਾ ਬੰਦੇ ਨੂੰ ਰਾਹ ਤੋਂ ਕੁਰਾਹ ਤੇ ਪਾ ਦਿੰਦਾ। ਜਾਣਾ ਬੰਦੇ ਨੇ ਕਿਤੇ ਹੁੰਦਾ, ਪਹੁੰਚ ਕਿਤੇ ਜਾਂਦਾ। ਅਕਸਰ ਹਨੇਰਿਆਂ ਦੇ ਵਿੱਚ ਹੀ ਬੰਦਾ ਲੁੱਟਿਆ ਵੀ ਜਾਂਦਾ ਤੇ ਠੱਗਿਆ ਵੀ ਜਾਂਦਾ। ਜਿੰਨੇ ਵੀ ਲੁਟੇਰੇ ਨੇ, ਚੋਰ ਨੇ, ਉਹ ਹਨੇਰੇ ਦੇ ਵਿੱਚ ਹੀ ਬੰਦੇ ਨੂੰ ਪੈਂਦੇ ਆ। ਅੱਜ ਵੀ ਤੁਸੀਂ ਵੇਖਣਾ ਘਰਾਂ ਦੇ ਅੰਦਰ ਚੋਰੀਆਂ ਹੁੰਦੀਆਂ ਨੇ, ਕਦੀ ਵੀ ਚੋਰ ਚਾਨਣ ਵੇਲੇ ਚੋਰੀ ਨਹੀਂ ਕਰਦਾ। ਬੜਾ ਘੱਟ ਇਹੋ ਜਿਹਾ ਵੇਖਣ ਵਿੱਚ ਮਿਲੇਗਾ। ਚੋਰ ਜਦੋਂ ਵੀ ਚੋਰੀ ਕਰਦਾ ਹੈ ਹਨੇਰੇ ਵਿੱਚ ਕਰਦਾ ਹੈ, ਹਨੇਰੇ ਦੀ ਆੜ ਵਿੱਚ ਕਰਦਾ ਹੈ। ਲੁਟੇਰੇ ਜਦੋਂ ਵੀ ਰਾਹਗੀਰਾਂ ਨੂੰ ਲੁੱਟਦੇ ਆ ਨਾ, ਉਹ ਰਾਤ ਨੂੰ ਲੁੱਟਦੇ ਆ, ਕਦੀ ਦਿਨੇ ਨਹੀਂ ਲੁੱਟਦੇ। ਹੋਰ ਹਨੇਰੇ ਦੇ ਅੰਦਰ ਵੀ ਔਗਣ ਨੇ। ਹਨੇਰਾ ਸੁਖਦਾਈ ਚੀਜ਼ਾਂ ਨੂੰ ਵੀ ਦੁਖਦਾਈ ਬਣਾ ਕੇ ਪੇਸ਼ ਕਰ ਦਿੰਦਾ। ਅਕਸਰ ਇੱਕ ਵਾਰੀ ਆਪਾਂ ਇਹ ਉਦਾਹਰਨ ਲਈ, ਕਿਤੇ ਵੀ ਤੁਸੀਂ ਘੁੰਮਣ ਜਾਵੋ, ਜਿਵੇਂ ਬੰਦਾ ਆਪਣੇ ਪਰਿਵਾਰ ਦੇ ਨਾਲ, ਆਪਣੇ ਬੱਚਿਆਂ ਨਾਲ ਘੁੰਮਣ ਜਾਂਦਾ, ਬੰਦਾ ਕਦੀ ਵੀ ਰਾਤ ਨੂੰ ਸਫ਼ਰ ਨਹੀਂ ਕਰਦਾ। ਕਿਉਂ? ਉਹਦੇ ਪਿੱਛੇ ਕਾਰਨ ਹੈ, ਉਹ ਰਾਤ ਪੈਣ ਤੋਂ ਪਹਿਲਾਂ ਕਿਤੇ ਰੁਕ ਜਾਂਦਾ ਹੈ, ਕਿਸੇ ਐਸੀ ਥਾਂ ਤੇ ਰੁਕਦਾ ਹੈ ਤਾਂ ਕਿ ਉਸੇ ਥਾਂ ਤੋਂ ਮੈਂ ਆਪਣਾ ਅਗਲਾ ਸਫ਼ਰ ਸ਼ੁਰੂ ਕਰ ਸਕਾਂ। ਕਿਉਂ? ਕਿਉਂਕਿ ਜਿੱਥੇ ਘੁੰਮਣ ਜਾ ਰਿਹਾ, ਜਿਹੜੀਆਂ ਚੀਜ਼ਾਂ ਵੇਖਣ ਜਾ ਰਿਹਾ, ਜਿਨ੍ਹਾਂ ਨੂੰ ਵੇਖ ਕੇ ਇਹਨੇ ਅੰਦਰੋਂ ਖੁਸ਼ੀ ਮਹਿਸੂਸ ਕਰਨੀ ਹੈ, ਉਹ ਹਨੇਰੇ ਦੇ ਅੰਦਰ ਇਹਨੂੰ ਚੰਗੀਆਂ ਨਹੀਂ ਲੱਗਣੀਆਂ, ਦੁਖਦਾਈ ਬਣ ਜਾਏਗਾ। ਸਾਰਾ ਕੁਝ ਹੀ ਦੁੱਖਾਂ ਵਿੱਚ ਤਬਦੀਲ ਹੋ ਜਾਏਗਾ। ਸੋ ਰੋਹ ਵਿਚਾਰ ਇੱਥੋਂ ਤੱਕ ਹੀ, ਬੜੇ ਔਗਣ ਨੇ ਹਨੇਰੇ ਦੇ ਅੰਦਰ, ਮੈਂ ਗਿਣਾਉਂਦਿਆਂ ਥੱਕ ਜਾਵਾਂਗਾ, ਪਰ ਇਹ ਖਤਮ ਨਹੀਂ ਹੋਣੇ। ਅਗਲੀ ਗੱਲ, ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਇਹ ਤੇ ਦੁਨਿਆਵੀ ਤੌਰ ਤੇ ਹੈ। ਜਿਵੇਂ ਦੁਖਦਾਈ ਬਣ ਗਿਆ ਹਨੇਰਾ, ਸੁੱਖਾਂ ਵਾਲੀਆਂ ਚੀਜ਼ਾਂ ਨੂੰ ਵੀ ਦੁਖਦਾਈ ਬਣਾ ਗਿਆ, ਇਸੇ ਤਰ੍ਹਾਂ ਬੰਦਿਆ ਯਾਦ ਰੱਖੀ, ਤੇਰੀ ਜ਼ਿੰਦਗੀ ਦੇ ਅੰਦਰ ਗੁਰੂ ਦਾ ਗਿਆਨ ਨਾ ਹੋਣ ਕਰਕੇ ਜਿੰਨੇ ਵੀ ਜ਼ਿੰਦਗੀ ਦੇ ਸੁੱਖ ਨੇ ਉਹ ਦੁੱਖਾਂ ਦੇ ਵਿੱਚ ਬਦਲ ਜਾਣਗੇ। ਕਿਉਂ? ਕਿਉਂਕਿ ਤੇਰੇ ਕੋਲ ਗੁਰੂ ਦੀ ਸਮਝ ਨਹੀਂ ਹੈ, ਤੇਰੇ ਕੋਲ ਗੁਰੂ ਦੀ ਮੱਤ ਨਹੀਂ ਹੈ। ਕਿਉਂਕਿ ਜਿਹੜੀ ਗੁਰੂ ਦੀ ਮੱਤ ਹੈ ਨਾ, ਉਹ ਸਾਡੇ ਅੰਦਰ ਨੂੰ ਗਿਆਨ ਦਿੰਦੀ ਹੈ, ਤੇ ਗਿਆਨ ਹਮੇਸ਼ਾ ਚਾਨਣ ਪੈਦਾ ਕਰਦਾ ਹੈ, ਤੇ ਚਾਨਣ ਦੇ ਵਿੱਚ ਕਦੀ ਬੰਦਾ ਟੱਕਰਾਂ ਨਹੀਂ ਮਾਰਦਾ। ਚਾਨਣ ਦੇ ਵਿੱਚ ਤੇ ਬੰਦਾ ਸਗੋਂ ਆਪਣਾ ਰਾਹ ਪੱਧਰਾ ਕਰਕੇ ਤੁਰਦਾ ਹੈ, ਕਿਤੇ ਮੇਰੇ ਰਾਹਾਂ ਵਿੱਚ ਕੋਈ ਕੰਢੇ ਨਾ ਹੋਣ, ਕਿਤੇ ਮੇਰੇ ਰਾਹਾਂ ਵਿੱਚ ਰੋੜੇ ਨਾ ਹੋਣ, ਇਹ ਬੰਦਾ ਚਾਨਣ ਵਿੱਚ ਵੇਖ ਕੇ ਤੁਰਦਾ। ਸਤਿਗੁਰੂ ਜੀ ਕਹਿੰਦੇ, ਪੁੱਤਰ ਮੈਂ ਤੈਨੂੰ ਗਿਆਨ ਹੀ ਤਾਂ ਦੇਣਾ ਚਾਹੁੰਦਾ,
मैं तेरे जीवन के अंदर प्रगास ही ते करना चाहुंदा। तू ही हनेरे विच बैठा, मैं दस तेनू किवें कड्डां, तू चानण लै तां सही। गुरु ने किरपा कीती, सानू चानण दिता। ते चानण भी वो नहीं जिहड़ा दुनियावी तौर ते आपां वेखदे हां। गुरु ने सानू चानण दिता सदीवी। कल भी मैं बेनती की सी, गुरु ज्ञान का चानण दिंदा है। ज्ञान अंजन गुर दिया, अज्ञान अंधेर विनाश। साडे अंदर दा हनेरा खत्म कर दिता। गुरु ने किरपा की, साडे अंदर दे खनेरे विच पए हुए दुखां नूं कढ के बाहर मारिया। ते गुरु रामदास महाराज कहते, मोको राम नाम प्रगास है सतगुरु है मेरे मित्र, मेरे ते किरपा कर, मेरी जिंदगी अज्ञानता दे विच लंघ चली है, मैनू ज्ञान दे के मैनू चानण मार्ग दर्शा, मैनू चानण विखा। फिर गुरु किरपा करदा है, जिथे चानण हुंदा है ना उत्थे हनेरा नहीं हुंदा। कुछ कु उदाहरणा ने धन गुरु ग्रंथ साहिब महाराज जी की बाणी दे विच, बल्लिओ चिराग अंधियार में। चिराग का मतलब आपां समझदे हां दीवा। बल्लिओ चिराग अंधियार में, सब कल उदरी एक नाम धर्म। गुरु नानक महाराज जी ने एक चिराग जगाया, एक दीवा जगाया। उस दीवे दे अंदर ज्ञान पा के सब दे हिरदियां नूं रुसना दिता। क्योंकि संसार नूं चानण दी लोड़ सी, हनेरे दे विच तां पहिलां ही वो बैठे सन। हुण गुरु नानक महाराज जी ने कल्ले कल्ले कोल जाके चानण वंडिया। लुकाई दी आपां एक पुकार पढ़दे हां, भाई गुरदास जी इस चीज़ का बड़ा प्यारा सानू उदाहरणां दिंदे आ प्यारियां। हुण जिहड़ी धरती ते रहण वाले लोग पुकारां कर रहे आ, इहदा मतलब है कि भी उन्हां कोल चानण नहीं, तां चानण मंग रहे आ। वो तां चाहुंदे आ कोई प्रगास करन वाला आवे, पर हुण तक जिन्ने भी आए आ उन्हां ने जिंदगी विच हनेरा ही कीता, चानण किसे नहीं दिता। भाव धर्म की गल, ज्ञान की गल किसे नहीं समझाई। वो चाहुंदे सन सानू कोई ज्ञान की गल समझादा है। ज्ञान होवेगा ते चानण होएगा। गुरु नानक महाराज सुनी पुकार दतार प्रभ, गुरु नानक जग माहे पठाया। चानण देण दे लई गुरु नानक पातशाह संसार ते आए। गुरु नानक महाराज जी ने सिद्धां दे हनेरे नूं दूर किया। गुरु नानक महाराज जी ने पंडितां दे हनेरियां नूं दूर किया। गुरु नानक पातशाह ने मुल्लां दे हिरदे नूं विच पे हनेरे नूं बाहर कढ के मारिया। किन्ने सन वो लोग, भावें वो भाई सज्जन वर्गा सी, भावें वो कोई भी भाई मानसुख भाई, सनमुख भाई, भगीरथ वर्गा कोई होवे, जेड़ा भी खनेरे विच बैठा, गुरु नानक पातशाह ने शब्द दे ज्ञान दे नाल उहदा खनेरा दूर कर दिता। ते एक बचन फिर ख्याल विच रखियो, दीवा बलै अंधेरा जाए। जिथे दीवा बलिया ना उत्थे खनेरा दूर हो गया। मेरा कहण तो मुराद ये है, गुरु नानक महाराज जी ने जिथे भी चानण जोत जगाई ना, वो हिरदा रुसना हो गया। उस हिरदे दे अंदर चानण हो गया। वो कदी फिर भटकना विच नहीं पिया, वो कदी भरम विच नहीं पिया। गुरु रामदास महाराज कहंदे आ, मेरे मीत गुरदेव मोको राम नाम प्रगास, हे वाहिगुरु हे मेरे मित्र, मैं तेनू अपना मित्र जान के तेरे अगे बेनती करन लगा। दो आवाज़ां मारियां, पिछे भी आपां आवाज़ का जिक्र किया। पहला आख्या मेरे मीत, फिर गुरदेव मोको राम नाम प्रगास। मोको भाव मैनू प्रभु का नाम चानण बख्श, गुरमत नाम मेरा प्राण सखाई, हर कीरत हमरी रहरास रहाओ। इनू थोड़ा जा हुण इहदे भाव अर्थां नूं समझिओ। गुरु दी दसी मत दी राही मिलिया होया हर नाम, मेरी जिंद दा साथी बनिया रहे। किहड़ा है साडे विचों जिहड़ा ये चाहुंदा है कि गुरु मेरी जिंद दा साथी बने? आपां ते यही चाहुंदे आ, जिहड़े लोग सानू धोखे देण,
ਜਿਹੜੇ ਲੋਕ ਸਾਡੇ ਨਾਲ ਠੱਗੀਆਂ ਕਰਨ, ਜਿਹੜੇ ਲੋਕ ਮੈਨੂੰ ਲੁੱਟ ਕੇ ਲੈ ਜਾਣ, ਮੈਂ ਤਾਂ ਮਿੱਤਰ ਹੀ ਉਹਨਾਂ ਨੂੰ ਬਣਾ ਕੇ ਉਹਨਾਂ ਅੱਗੇ ਬੇਨਤੀਆਂ ਕਰਦਾ। ਮੈਂ ਕਦੀ ਉਹਦੇ ਅੱਗੇ ਬੇਨਤੀ ਨਹੀਂ ਕੀਤੀ ਜਿਹੜਾ ਮੇਰੀ ਜਿੰਦ ਦਾ ਅਸਲ ਦੇ ਵਿੱਚ ਮਿੱਤਰ ਬਣ ਕੇ ਮੇਰੇ ਨਾਲ ਤੁਰਦਾ। ਕੋਈ ਮਿੱਤਰ ਐਸਾ ਨਹੀਂ ਹੈ ਜਿਹੜਾ ਤੁਹਾਡੇ ਨਾਲ ਚੱਲਣ ਵਾਲਾ ਹੋਵੇ। ਸਤਿਗੁਰੂ ਜੀ ਦੀ ਬਾਣੀ ਨੇ ਇਸ ਗੱਲ ਦੀ ਸਪਸ਼ਟੀਕਰਨ ਦਿੱਤਾ ਹੈ। ਸਤਿਗੁਰੂ ਜੀ ਕਹਿੰਦੇ ਆ, ਇਸ ਸੰਸਾਰ ਦੇ ਅੰਦਰ ਜੋ ਕੁਝ ਹੈ ਨਾ, ਇਹ ਸਾਰਾ ਕੁਝ ਹੀ ਇੱਥੇ ਰਹਿਣ ਵਾਲਾ ਹੈ। ਤੇ ਸਤਿਗੁਰੂ ਜੀ ਕਹਿੰਦੇ ਆ, ਗੁਰਮਤਿ ਨਾਮ ਮੇਰਾ ਪ੍ਰਾਨ ਸਿਖਾਈ, ਗੁਰੂ ਦੀ ਦੱਸੀ ਮੱਤ ਰਾਹੀਂ। ਜਿਹੜਾ ਗੁਰੂ ਨੂੰ ਆਪਣਾ ਮਿੱਤਰ ਬਣਾ ਕੇ ਤੁਰਦਾ ਹੈ ਨਾ, ਭਾਵ ਗੁਰੂ ਦੀ ਮੱਤ ਰਾਹੀਂ ਤੁਰਦਾ ਹੈ, ਉਹਨੂੰ ਸਤਿਗੁਰੂ ਜੀ ਕਹਿੰਦੇ ਆ, ਗੁਰੂ ਦੀ ਦੱਸੀ ਮੱਤ ਦੀ ਰਾਹੀਂ ਮਿਲਿਆ ਹੋਇਆ ਹਰਾ ਨਾਮ ਮੇਰੀ ਜਿੰਦ ਦਾ ਸਾਥੀ ਬਣਿਆ ਰਹੇ। ਪ੍ਰਭੂ ਦੀ ਸਿਫਤ ਸਲਾਹ ਮੇਰੀ ਜ਼ਿੰਦਗੀ ਦੇ ਸਫ਼ਰ ਦੇ ਲਈ ਇੱਕ ਰਾਸ ਪੂੰਜੀ ਹੋਵੇ। ਫਿਰ ਮੈਂ ਥੋੜ੍ਹੀ ਜਿਹੀ ਗੱਲ ਨੂੰ ਦੁਹਰਾਉਣਾ ਚਾਹੁੰਦਾ। ਜਿੱਦਣ ਆਪਾਂ ਰਹਿ ਰਸ ਬਾਣੀ ਦੀ ਵਿਚਾਰ ਆਰੰਭ ਕੀਤੀ ਸੀ ਤੇ ਰਹਿ ਰਾਸ ਸ਼ਬਦ 'ਤੇ ਆਪਾਂ ਥੋੜ੍ਹੀ ਜਿਹੀ ਵਿਚਾਰ ਕੀਤੀ ਸੀ। ਜੇ ਆਪ ਜੀ ਦਾ ਖਿਆਲ ਹੋਵੇ, ਜੇ ਤੁਸੀਂ ਬੜੇ ਧਿਆਨ ਦੇ ਨਾਲ ਸੁਣਿਆ ਹੋਵੇ, ਰਹਿ ਰਾਸ ਦੇ ਅਰਥ ਵਿਦਵਾਨਾਂ ਨੇ ਕੀਤੇ ਸੀ ਜਾਂ ਬਹੁਤਿਆਂ ਨੇ ਕੀਤਿਆ ਰਾਹ ਰਸਤੇ ਦੀ ਪੂੰਜੀ। ਤੇ ਹਰੇਕ ਬੰਦਾ ਕਿਤੇ ਵੀ ਜਾਣ ਲੱਗਿਆ ਆਪਣੇ ਨਾਲ ਕੁਝ ਨਾ ਕੁਝ ਲੈ ਕੇ ਜਾਂਦਾ। ਕਿਉਂ? ਉਹ ਇੱਕ ਆਸ 'ਤੇ ਲੈ ਕੇ ਜਾਂਦਾ ਹੈ ਕਿ ਮੈਂ ਰਾਹਾਂ ਦੇ ਵਿੱਚ ਇਹ ਚੀਜ਼ ਲੈ ਕੇ ਚੱਲਿਆ, ਇਹ ਮੇਰੇ ਰਾਹਾਂ ਦੇ ਵਿੱਚ ਮੇਰੀ ਜ਼ਰੂਰਤ ਨੂੰ ਪੂਰਾ ਕਰੇਗੀ। ਭਾਵੇਂ ਉਹ ਖਾਣ ਵਾਲੀ ਚੀਜ਼ ਹੋਵੇ, ਭਾਵੇਂ ਉਹ ਧਨ ਦੌਲਤ ਹੋਵੇ, ਕੋਈ ਵੀ ਚੀਜ਼ ਹੋ ਸਕਦੀ ਹੈ। ਹੁਣ ਸਤਿਗੁਰੂ ਜੀ ਕਹਿੰਦੇ ਇਹ ਤਾਂ ਆ ਦੁਨਿਆਵੀ ਚੀਜ਼ਾਂ, ਪਰ ਤੂੰ ਸੰਸਾਰ ਤੋਂ ਨਿਰੰਕਾਰ ਦੇ ਘਰ ਜਾਣਾ। ਨਿਰੰਕਾਰ ਦੇ ਘਰ ਦੇ ਵਿੱਚ ਜਾਣ ਦੇ ਲਈ ਤੂੰ ਕਿਹੜੀ ਰਾਸ ਇਕੱਠੀ ਕੀਤੀ ਹੈ, ਕਿਹੜੀ ਪੂੰਜੀ ਤੂੰ ਇਕੱਠੀ ਕੀਤੀ ਹੈ, ਮੈਨੂੰ ਉਹ ਗੱਲ ਦੱਸ। ਮੈਂ ਤਾਂ ਤੈਨੂੰ ਆਖਿਆ ਸੀ, ਵਣਜ ਕਰੋ ਵਣਜਾਰਿਓ ਵੱਖਰ ਲਿਓ ਸੰਭਾਲ, ਐਸੀ ਵਸਤ ਵਿਸਾਹੀ ਹੈ ਜੈਸੀ ਨਿਭ ਹੈ ਨਾਲ। ਕੀ ਤੂੰ ਉਹ ਨਾਲ ਲੈ ਕੇ ਆਇਆ? ਵੇਖੋ, ਜਦੋਂ ਸਾਨੂੰ ਸਤਿਗੁਰੂ ਜੀ ਦੇ ਸਾਹਮਣੇ ਖਲੋ ਕੇ ਆਪਾਂ ਪੁੱਛਾਂਗੇ, ਜਦੋਂ ਸਤਿਗੁਰੂ ਸਾਨੂੰ ਪੁੱਛਣਗੇ, ਮੈਂ ਤੈਨੂੰ ਵਣਜਾਰਾ ਬਣਾਇਆ ਸੀ, ਮੈਂ ਤੈਨੂੰ ਇੱਥੋਂ ਕਹਿ ਕੇ ਘੱਲਿਆ ਸੀ ਵਣਜ ਕਰੀ, ਪਰ ਤੂੰ ਝੂਠ ਦੀ ਵਣਜ ਰਾਸ ਹੀ ਖੜਦਾ ਰਿਹਾ। ਤੇਰੇ ਪੱਲੇ ਸੱਚ ਹੈ? ਜੇ ਤਾਂ ਤੇਰੇ ਪੱਲੇ ਸੱਚ ਰੂਪੀ ਰਾਸ ਹੈ, ਫਿਰ ਤਾਂ ਤੂੰ ਪ੍ਰਵਾਨ ਹੈ। ਜੇ ਤੇਰੇ ਪੱਲੇ ਸੱਚ ਪੂੰਜੀ ਰਾਸ ਹੀ ਨਹੀਂ, ਫਿਰ ਤੂੰ ਪ੍ਰਵਾਨ ਨਹੀਂ। ਗੁਰੂ ਅਮਰਦਾਸ ਮਹਾਰਾਜ ਜੀ ਦਾ ਇੱਕ ਬਚਨ ਖਿਆਲ ਵਿੱਚ ਰੱਖਿਓ। ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਆ, ਰੱਬਾ ਮੇਰੇ ਤੇ ਕਿਰਪਾ ਕਰ, ਮੇਰੀ ਰਾਸ ਪੂੰਜੀ ਤੇਰਾ ਨਾਮ ਬਣਦਾ। ਕਿਉਂਕਿ ਮੈਨੂੰ ਪਤਾ ਜਦੋਂ ਮੈਂ ਅਗਾਂਹ ਤੇਰੇ ਵੱਲ ਆਉਣਾ ਨਾ, ਇਹ ਦੁਨੀਆ ਦੀਆਂ ਪੂੰਜੀਆਂ ਇੱਥੇ ਰਹਿ ਜਾਣੀਆਂ, ਸੱਚ ਦੀ ਪੂੰਜੀ ਮੇਰੇ ਨਾਲ ਨਿਭਣੀ ਹੈ। ਤੇ ਮੈਂ ਸੱਚ ਦੀ ਪੂੰਜੀ ਲੈ ਕੇ ਤੁਰਾਂ। ਕਿਰਪਾ ਕਰ ਹਰ ਰਾਸ ਮੇਰੀ ਮਨ ਵਣਜਾਰਾ, ਮੇਰਾ ਮਨ ਵਣਜਾਰਾ ਬਣਦਾ। ਮੇਰਾ ਮਨ ਵੀ ਇੱਕ ਵਣਜ ਕਰਨ ਲੱਗਦਾ। ਕਿਹੜੀ? ਸੱਚ ਦੀ ਰਾਸ, ਸੱਚ ਦੀ ਪੂੰਜੀ ਦੀ। ਹਰ ਰਾਸ ਮੇਰੀ ਮਨ ਵਣਜਾਰਾ, ਹਰ ਰਾਸ ਮੇਰੀ ਮਨ ਵਣਜਾਰਾ, ਸਤ ਗੁਰ ਤੇ ਰਾਸ ਜਾਣੀ। ਦੁਨੀਆ ਦੀ ਜਿਹੜੀ ਪੂੰਜੀ ਹੈ ਨਾ, ਉਹ ਦੁਨੀਆ ਵਿੱਚੋਂ ਇਕੱਠੀ ਹੁੰਦੀ ਹੈ। ਧਨ ਦੌਲਤ ਬੰਦੇ ਨੇ ਕਮਾਉਣਾ ਤੇ ਉਹ ਦੁਨੀਆ ਵਿੱਚ ਕਮਾਏਗਾ, ਸੰਸਾਰ ਵਿੱਚ ਰਹਿ ਕੇ ਕਮਾਏਗਾ। ਪਰ ਸੱਚ ਨਾਮ ਦੀ ਪੂੰਜੀ ਦੁਨੀਆਦਾਰਾਂ ਦੇ ਵਿੱਚ ਰਹਿ ਕੇ ਨਹੀਂ ਕਮਾਈ ਜਾ ਸਕਦੀ। ਚੇਤੇ ਰੱਖਣਾ। ਮੇਰੇ ਕਹਿਣ ਤੋਂ ਇਹ ਬੇਨਤੀ ਆਪ ਜੀ ਦੇ ਚਰਨਾਂ ਵਿੱਚ, ਮਾਇਆ ਦੀ ਦੁਨੀਆ ਵਿੱਚ ਰਹਿ ਕੇ ਮਾਇਆ ਤੇ ਇਕੱਠੀ ਕੀਤੀ ਜਾ ਸਕਦੀ ਹੈ, ਪਰ ਸੱਚ ਨਹੀਂ ਇਕੱਠਾ ਕੀਤਾ ਜਾ ਸਕਦਾ। ਸੱਚ ਇਕੱਠਾ ਕਰਨ ਦੇ ਲਈ ਤੁਹਾਨੂੰ ਗੁਰੂ ਦੇ ਕੋਲ ਹੀ ਆਉਣਾ ਪਏਗਾ, ਕਿਉਂਕਿ ਇੱਥੋਂ ਹੀ ਸੱਚ ਦੀ ਪ੍ਰਾਪਤੀ ਹੁੰਦੀ ਹੈ। ਰਾਸ ਪੂੰਜੀ ਦਾ ਭਾਵ ਮਤਲਬ ਹੈ ਸੱਚ ਦੀ ਪੂੰਜੀ। ਹੁਣ ਜਿਹੜੇ ਬੰਦੇ ਨੇ ਇਹ ਸਮਝ ਲਿਆ ਕਿ ਵੀ ਜੇ ਮੈਂ ਦੁਨਿਆਵੀ ਚੀਜ਼ ਇਹਨਾਂ ਕੋਲੋਂ ਪ੍ਰਾਪਤ ਕਰ ਸਕਦਾ, ਫਿਰ ਨਿਰੰਕਾਰ ਦੇ ਘਰ ਜਾਣ ਵਾਲੀ ਚੀਜ਼ ਵੀ ਇਹਨਾਂ ਕੋਲੋਂ ਪ੍ਰਾਪਤ ਹੋ ਜਾਏਗੀ। ਬੰਦੇ ਨੇ ਬੜਾ ਟੋਲਿਆ, ਬੜੀ ਉਹ ਲੱਭੀ, ਪਰ ਇਹਨੂੰ ਕਿਤੇ ਨਾ ਮਿਲੀ। ਹਾਰ ਕੇ ਅਖੀਰ ਵਿੱਚ ਗੁਰੂ ਅਮਰਦਾਸ ਮਹਾਰਾਜ ਕਹਿੰਦੇ, ਹਰ ਰਾਸ ਮੇਰੀ ਮਨ ਵਣਜਾਰਾ, ਹਰ ਰਾਸ ਮੇਰੀ ਮਨ ਵਣਜਾਰਾ, ਸਤ ਗੁਰ ਤੇ ਰਾਸ ਜਾਣੀ। ਇਹ ਰਾਸ ਮੈਂ ਸਤਿਗੁਰ ਦੇ ਕੋਲੋਂ ਜਾਣੀ।
फिर बचन दोहरावां, सतगुर ते रास जानी, हर हर नित जपिओ जियो। ਇਹਦੇ ਲਈ बड़ी वड्डी मशक्कत घालनी पई। ਉਹ मशक्कत की सी? ਉਹ मशक्कत ਇਹ ਸੀ, हर हर नित जपिओ जियो। मेरे गुरु ने मैनू आख्या रोज नित नेम की तरह हरि परमात्मा नू जपी। हर हर नित जपिओ जियो, लाहा खट्टिओ दिहाड़ी। ये लाहा नित खट्टी, क्योंकि गुरु तेनू समझांदा है, नानक लाहा लै कर घर जाइए। यही लाहा लैके तू निरंकार दे घर जाना, होर कोई लाहा नहीं है। वैसे एक बचन होर ख्याल विच रखियो, इत्थे बंदा आउंदा संसार ते लाहा लैनी है, पर वो गल वक्री है कि दुनियावी लाहा लैके संसार तो चलिया जाता है, पर सच का लाहा कदी लै नहीं पाउंदा। सतगुरु जी का एक बचन आउंदा बाणी दे अंदर, प्राणी तू आया लाहा लैण। दुनियावी जिहड़ा लाहा है उहनूं सतगुरु जी पता की कहंदे आ, प्राणी तू आया लाहा लैण, लगा कित कू पकड़े सब मुकदी चली रैण। तू तो लाहा लैण आया सी, हर हर नित जपिओ जियो, लाहा खट्टिओ दिहाड़ी। ये धन तिना मिलिया जिन हर आपे भाणा, कह नानक हर रास मेरी मन होआ वणजारा। मन नू वणजारा बना। जिदन मन नू वणजारा बना के तू ये रास वाले पासे तुरेगा, चेते रखी गुरु तेनू सच दी पूंजी देगा। ये सच दी पूंजी निरंकार दे घर तेनू तोड़ तक बचा देगी, तेनू राहां दे विच किते नहीं अटकाएगी। अगे तुरीए, सतगुरु जी कहंदे आ, हर जन केवड भाग वडेरे, जिन हर हर शरदा हर प्यास। सतगुरु जी कहंदे आ, प्रभु दे उन्हां सेवकां दे बड़े उच्चे भाग, जिन्हां दे अंदर प्रभु दे नाम वास्ते शरदा ते खिच पैदा हो गई। प्यास मतलब शरदा, एक खिच भाव, एक चाउ जिहा बन गया। बड़े विरले ने। पहली गल, शरदा तोड़न वाले ते बड़े मिल जाणगे, पर शरदा बनाउण वाले, उहदे नाल जोड़ देण वाले, वो तुहानूं विरले मिलणगे। नहीं तो शरदा तोड़न वाले तो जिथे मर्जी वेख लो। इत्थों तक बेनती करदा, गुरु घरां दे विच भी कई बार बैठे हुंदे आ बड़े बड़े इहो जिहे आ जिहड़े शरदा तोड़न दे लई बैठे हुंदे आ, शरदा जोड़न दे लई नहीं बैठे हुंदे। तो मैं बेनती करा, गुरु दे नाल असी अपना आप जोड़ना है, तोड़ना नहीं है। एक छोटी जी उदाहरण इतिहास विचों दियां। गुरु हरराय साहिब महाराज जी नूं एक ही गल गुरु हरगोबिंद पातशाह ने समझाई सी। जदों बाग दे विच टहलदियां टहलदियां चोले दे नाल एक फुल टुट गया। फुल टुटा, गुरु हरगोबिंद पातशाह जी उसे राह के वापस आ रहे आ ते वापस आउंदियां नज़र पई जदों उस टुटे हुए फुल दे उत्ते, ते गुरु हरगोबिंद पातशाह ने अपने पोतरे नूं एक गल आखी, पुत वे एक गल आप मेरी अज अपने पल्ले दे नाल बन लै। वो किहड़ी? वो ये गल पल्ले दे नाल बन लै, गुरु नानक पातशाह दा घर जोड़न वालियां दा घर है। गुरु नानक पातशाह दा घर तोड़न वालियां दा घर नहीं है। अज तेरे चोले दे नाल अड़ के एक फुल टुट गया, वेखी किते कल नूं इस दामन नूं संभाल के तुरी। असी तोड़न लई नहीं आए, असी जोड़न लई आए हैं। इत्थे गल ही जोड़न वालियां दी चलदी है, तोड़न वालियां दी ते पुत चलदी होई नहीं। इस करके इत्थे जुड़ना है, टुटना नहीं है। ते बड़े इहो जे लोक अभागे भी ने जिहड़े लम्मा समा गुरु दे नाल जुड़ के एक पल दे विच गुरु दे नालों अपना नाता भी तोड़ लैंदे आ। पुछिए ये की कहानी, तुसी गुरु दे नालों अपना नाता क्यों तोड़ लिया? कह लो कि भी वो बंदियां दे अंदर ना थोड़ा जिहा कच्चपुणा हुंदा है, वो कच्चे हुंदे आ, वो पक्के नहीं होए हुंदे। ते सतगुरु जी जिहड़े आ ना, कच्चियां नूं अपने घर विच थां नहीं दिंदे। हाँ, जिहड़े फिर झुक के दोबारा आ जाण, गुरु फिर उन्हां नूं जोड़ भी लैंदा, ऐसी गल भी नहीं है। सो मैं बेनती करां, जिन्हां दे अंदर कच्चपुणा है ना,
ਉਹ ਕਦੀ ਗੁਰੂ ਦੇ ਨਾਲ ਜੁੜ ਨਹੀਂ ਪਾਉਣਗੇ। ਉਹਨਾਂ ਦਾ ਪ੍ਰੇਮ ਵੀ ਗੁਰੂ ਦੇ ਨਾਲ ਉੱਤੋਂ ਉੱਤੋਂ ਹੋਵੇਗਾ। ਭਾਵ ਜਿਵੇਂ ਸਮੁੰਦਰ ਦੇ ਅੰਦਰ ਲਹਿਰਾਂ ਹੁੰਦੀਆਂ ਨੇ ਨਾ, ਉਹ ਲਹਿਰਾਂ ਦੀ ਤਰ੍ਹਾਂ ਗੁਰੂ ਨਾਲ ਪਿਆਰ ਕਰਦੇ ਆ। ਹੁਣ ਲਹਿਰਾਂ ਆਈਆਂ ਨਾ ਆਈਆਂ ਇੱਕ ਬਰਾਬਰ, ਉਹ ਗੁਰੂ ਘਰ ਆਏ ਨਾ ਆਏ ਇੱਕ ਬਰਾਬਰ। ਉਹਨਾਂ ਦਾ ਪਿਆਰ ਪ੍ਰੇਮ ਸਦੀਵੀ ਨਹੀਂ ਹੁੰਦਾ। ਉਹਨਾਂ ਦੇ ਅੰਦਰ ਦੀ ਖਿੱਚ, ਉਹਨਾਂ ਦੇ ਅੰਦਰ ਦੀ ਸ਼ਰਧਾ ਗੁਰੂ ਦੇ ਪ੍ਰਤੀ ਸਦੀਵੀ ਨਹੀਂ ਹੁੰਦੀ। ਹੁਣ ਗੁਰੂ ਦੇ ਨਾਲ ਜਿਨ੍ਹਾਂ ਦੀ ਖਿੱਚ ਸਦੀਵੀ ਤੇ ਪੱਕੀ ਹੈ, ਉਹਨਾਂ ਦਾ ਜ਼ਿਕਰ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਕਰਦੇ ਆ। ਸਤਿਗੁਰੂ ਜੀ ਕਹਿੰਦੇ ਆ, ਜਿਨ੍ਹਾਂ ਦੀ ਸਦੀਵੀ ਖਿੱਚ ਹੁੰਦੇ ਆ ਨਾ, ਉਹ ਗੁਰੂ ਦੇ ਨਾਲ ਬੜੇ ਰੱਤੇ ਹੋਏ ਹੁੰਦੇ ਆ, ਤੇ ਰੱਤਿਆਂ ਹੋਇਆਂ ਨੂੰ ਕਦੀ ਕੋਈ ਤੋੜ ਨਹੀਂ ਸਕਦਾ। ਲੱਖ ਯਤਨ ਕਰ ਲਏ, ਭਾਈ ਮਨੀ ਸਿੰਘ ਵਰਗਿਆਂ ਨੂੰ ਕੋਈ ਗੁਰੂ ਦੇ ਨਾਲੋਂ ਤੋੜ ਨਹੀਂ ਸਕਦਾ। ਲੱਖ ਯਤਨ ਕਰ ਲਏ, ਆਪਣੇ ਖੋਪਰ ਤੋਂ ਸੀਸ ਲਵਾ ਦੇ ਉਹ ਕੇਸਾਂ ਸਮੇਤ, ਪਰ ਉਹਨੂੰ ਗੁਰੂ ਦੇ ਨਾਲੋਂ, ਸਿੱਖੀ ਦੇ ਨਾਲੋਂ ਕੋਈ ਤੋੜ ਨਹੀਂ ਸਕਦਾ, ਕਿਉਂਕਿ ਉਹਦੀ ਸ਼ਰਧਾ, ਉਹਦੀ ਖਿੱਚ ਗੁਰੂ ਦੇ ਨਾਲ ਹੈ। ਉਹ ਕਹਿ ਰਿਹਾ, ਮੇਰਾ ਸਿਰ ਭਾਵੇਂ ਚਲਾ ਜਾਵੇ ਪਰ ਮੈਂ ਗੁਰੂ ਦੀ ਸਿੱਖੀ ਆਪਣੇ ਕੋਲੋਂ ਦੂਰ ਨਹੀਂ ਹੋਣ ਦਿਆਂਗਾ। ਇਹਨੂੰ ਕਹਿੰਦੇ ਆ ਖਿੱਚ ਤੇ ਸ਼ਰਧਾ ਭਾਵਨਾ। ਮੈਂ ਬਚਨ ਕਰਨ ਲੱਗਾ ਸਾਂ ਬਾਣੀ ਵਿੱਚੋਂ ਆਪ ਜੀ ਦੇ ਨਾਲ। ਸਤਿਗੁਰੂ ਜੀ ਕਹਿੰਦੇ, ਜਿਹੜੇ ਰੱਤੇ ਹੋਏ ਹੁੰਦੇ ਆ ਨਾ, ਉਹ ਕਦੀ ਗੁਰੂ ਦੇ ਨਾਲੋਂ ਨਾਤਾ ਨਹੀਂ ਤੋੜਦੇ। ਉਹਨਾਂ ਤੋਂ ਸਤਿਗੁਰੂ ਜੀ ਕਹਿੰਦੇ, ਰੱਤੇ ਸਈ ਜੇ ਮੁਖ ਨਾ ਮੁੜਨ, ਜਿੰਨੀ ਸਮਝਾਤਾ ਸਾਈਂ। ਅਸੀਂ ਆਪਣੇ ਗੁਰੂ ਨੂੰ ਪਹਿਚਾਣ ਨਹੀਂ ਸਕੇ, ਤਾਂ ਹੀ ਸਾਡੇ ਅੰਦਰ ਗੁਰੂ ਪ੍ਰਤੀ ਖਿੱਚ ਨਹੀਂ ਬਣਦੀ। ਖਿੱਚ ਬਣਾਉਣ ਦੇ ਲਈ ਚੇਤੇ ਰੱਖਣਾ, ਗੁਰੂ ਨੂੰ ਪਹਿਚਾਨਣਾ ਪਏਗਾ, ਗੁਰੂ ਨੂੰ ਸਮਝਣਾ ਪਏਗਾ। ਜਦੋਂ ਤੱਕ ਆਪਾਂ ਗੁਰੂ ਨੂੰ ਸਮਝਦੇ ਨਹੀਂ, ਗੁਰੂ ਨੂੰ ਪਹਿਚਾਣਦੇ ਨਹੀਂ, ਤੇ ਸਾਡਾ ਪਿਆਰ ਖਿੱਚ ਗੁਰੂ ਦੇ ਨਾਲ ਬਣ ਨਹੀਂ ਸਕਦੀ। ਬਚਨ ਫਿਰ ਮੈਂ ਆਪ ਜੀ ਨਾਲ ਸਾਂਝਾ ਕਰਾਂ। ਰੱਤੇ ਸਈ ਜੇ ਮੁਖ ਨਾ ਮੁੜਨ, ਜਿਨੀ ਸਮਝਾਤਾ ਸਾਈਂ। ਝੜ ਝੜ ਪਾਉਂਦੇ ਕੱਚੇ ਬਿਰਹੀ, ਜਿਹੜੇ ਕੱਚੇ ਸਨ, ਕਹਿਣ ਲੱਗੇ ਪੱਤ ਝੜਦੀ ਰੁੱਤ ਦੇ ਅੰਦਰ ਜਿਵੇਂ ਪੱਤੇ ਟਹਿਣੀਆਂ ਤੋਂ ਪੱਤੇ ਝੜਦੇ ਆ, ਇਸ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਉਹ ਝੜ ਜਾਂਦੇ ਆ। ਇਸ ਤਰ੍ਹਾਂ ਉਹ ਝੜੇ ਰਹਿੰਦੇ ਆ। ਝੜ ਝੜ ਪਾਉਂਦੇ ਕੱਚੇ ਬਿਰਖੀ, ਜਿਨ੍ਹਾਂ ਕਾਰ ਨਾ ਆਈ, ਧਣੀ ਵੀ ਖੂਣਾ ਪਾੜ ਪਟੰਬਰ, ਫਾਕੀ ਸੇਤੀ ਜਾਲੇ, ਧੂੜੀ ਵਿੱਚ ਲੜੰਦੜੀ ਸੋਹਾ ਨਾਨਕ ਤੈ ਸ਼ਹਿ ਨਾਲੇ। ਆ ਨੇ ਉਹ ਜਿਹੜੇ ਹਰ ਵੇਲੇ ਉਹਦੀ ਧੂੜੀ ਵਿੱਚ ਰੰਗੇ ਰਹਿੰਦੇ ਆ। ਹੁਣ ਅਸੀਂ ਆਪਣੇ ਵੱਲ ਝਾਤ ਮਾਰੀਏ, ਅਸੀਂ ਕੱਚਿਆਂ ਵਿੱਚ ਤਾਂ ਨਹੀਂ ਕਿਤੇ ਬੈਠੇ ਕਿ ਸਾਡੀ ਖਿੱਚ ਗੁਰੂ ਦੇ ਨਾਲ ਹੈ। ਗੁਰੂ ਮੈਨੂੰ ਆਵਾਜ਼ ਮਾਰੇ, ਮੈਂ ਗੁਰੂ ਦੀ ਇੱਕ ਆਵਾਜ਼ ਤੇ ਕੀ ਖਿੱਚਿਆ ਤੁਰਿਆ ਆਉਣਾ। ਮੇਰਾ ਗੁਰੂ ਮੈਨੂੰ ਆਵਾਜ਼ ਮਾਰਦਾ, ਆਵੋ ਸਿੱਖ ਸਤਿਗੁਰੂ ਕੇ ਪਿਆਰਿਓ, ਗਾਵੋ ਸੱਚੀ ਬਾਣੀ। ਜਦੋਂ ਕਹਿੰਦਾ ਕਿ ਮੈਂ ਗੁਰੂ ਕੋਲ ਆ ਜਾਣਾ, ਮੇਰਾ ਗੁਰੂ ਮੈਨੂੰ ਕਹਿੰਦਾ ਹੈ, ਪੁੱਤਰ ਤੂੰ ਰੋਜ਼ ਮੇਰੇ ਕੋਲ ਆਇਆ ਕਰ, ਰੋਜ਼ ਆ ਕੇ ਮੇਰੀ ਬਾਣੀ ਪੜ੍ਹਿਆ ਸੁਣਿਆ ਕਰ, ਕਿ ਸਾਡੇ ਅੰਦਰ ਗੁਰੂ ਪ੍ਰਤੀ ਇੱਕ ਖਿੱਚ ਪੈਦਾ ਹੁੰਦੀ ਹੈ। ਚਲੋ ਉਦਾਹਰਣ ਮੈਨੂੰ ਇੱਕ ਹੋਰ ਚੇਤੇ ਆਈ ਸੀ। ਕੱਲ੍ਹ ਆਪਾਂ ਇੱਥੋਂ ਹੀ ਵਿਚਾਰ ਆਰੰਭ ਕਰਾਂਗੇ, ਸਮਾਂ ਹੋ ਗਿਆ। ਇੰਨੀ ਕੁ ਬੇਨਤੀ ਪ੍ਰਵਾਨ ਕਰਿਓ, ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ।